ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਘਟਨਾ ਭਾਈ ਸਾਹਿਬ ਕੁਲਬੀਰ ਸਿੰਘ ਜੀ ਦੀ ਇੱਕ ਅਨੋਖੀ ਹੱਡਬੀਤੀ ਹੈ। ਇਹ ਘਟਨਾ ਸੁਣ ਕੇ ਤੁਹਾਡਾ ਅਕਾਲ ਪੁਰਖ ਸਾਹਿਬ ਜੀ 'ਤੇ ਭਰੋਸਾ ਵਧੇਗਾ ਅਤੇ ਜੀਵਨ ਦੀ ਹਰ ਸਥਿਤੀ ਵਿੱਚ ਗੁਰਮਤਿ ਕਮਾਉਣ ਦੀ ਪ੍ਰੇਰਨਾ ਮਿਲੇਗੀ। ਹੁਣ ਭਾਈ ਸਾਹਿਬ ਜੀ ਦੇ ਸ਼ਬਦਾਂ ਵਿੱਚ ਇਹ ਦਿਲਚਸਪ ਕਹਾਣੀ ਸੁਣੋ ਜੀ। ਮੈਨੂੰ ਯਕੀਨ ਹੈ ਕਿ ਮੇਰੇ ਜੀਵਨ ਦੀ ਇਹ ਛੋਟੀ ਜਿਹੀ ਘਟਨਾ ਸੁਣ ਕੇ ਤੁਹਾਨੂੰ ਐਸੀ ਸਿੱਖਿਆ ਮਿਲੇਗੀ ਕਿ ਤੁਹਾਡਾ ਜੀਵਨ ਜ਼ਰੂਰ ਉੱਚਾ ਉੱਠੇਗਾ। ਇਹ ਘਟਨਾ ਅੱਜ ਤੋਂ ਤਕਰੀਬਨ 25 ਸਾਲ ਪੁਰਾਣੀ ਹੈ। ਮੇਰਾ ਨਵਾਂ ਵਿਆਹ ਹੋਇਆ ਸੀ ਅਤੇ ਅਸੀਂ ਕਿਸੇ ਦੇ ਘਰ ਦਾਵਤ ਤੇ ਗਏ ਹੋਏ ਸੀ। ਮੈਂ ਵਿਆਹ ਤੋਂ ਪਹਿਲਾਂ ਦਾ ਹੀ ਅੰਮ੍ਰਿਤ ਛਕਿਆ ਹੋਇਆ ਸੀ। ਇਸ ਕਰਕੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਸੋਝੀ ਸੀ ਕਿ ਨਾਚ ਗਾਣਿਆਂ ਵਾਲੀਆਂ ਪਾਰਟੀਆਂ ਤੇ ਸਿੰਘ ਜਾਂਦੇ ਸੋਭਦੇ ਨਹੀਂ, ਪਰ ਇਹ ਦਾਵਤ ਤਾਂ ਗੁਰਸਿੱਖਾਂ ਨਾਲ ਦਰਸ਼ ਮਿਲਾਪ ਸੀ। ਇਸ ਦਾਵਤ ਵਿੱਚ ਸਾਡੇ ਤੋਂ ਇਲਾਵਾ 2 ਗੁਰਸਿੱਖ ਪਰਿਵਾਰ ਹੋਰ ਸਨ। ਸ਼ਾਮ ਦਾ ਸ੍ਰੀ ਰਹਿਰਾਸ ਸਾਹਿਬ ਤੋਂ ਬਾਅਦ ਦਾ ਸਮਾਂ ਸੀ। ਅਸੀਂ ਸਾਰੇ ਬੈਠੇ ਗੁਰਮਤਿ ਨਾਲ ਸੰਬੰਧਿਤ ਵਿਸ਼ਿਆਂ ਤੇ ਵਿਚਾਰ ਕਰ ਰਹੇ ਸੀ। ਕਦੇ ਸਿੱਖ ਸਿਆਸਤ ਦੀ ਗੱਲ ਚੱਲ ਪੈਂਦੀ ਸੀ ਅਤੇ ਕਦੇ ਗੁਰਮਤਿ ਦੇ ਕਿਸੇ ਅਧਿਆਤਮਕ ਗੂੜ੍ਹੇ ਵਿਸ਼ੇ ਤੇ। ਮੈਂ ਮਹਿਸੂਸ ਕੀਤਾ ਹੈ ਕਿ ਨਾਮ ਬਾਣੀ ਦੇ ਨਿਰੋਲ ਸਤਸੰਗ ਤੋਂ 1-2 ਲੈਵਲ ਥੱਲੇ ਉਤਰ ਕੇ ਗੁਰਸਿੱਖਾਂ ਨਾਲ ਗੁਰਮਤਿ ਦੇ ਵਿਸ਼ਿਆਂ ਤੇ ਵਿਚਾਰ ਕਰਨ ਦਾ ਵੀ ਬਹੁਤ ਲਾਭ ਹੈ ਅਤੇ ਇਹ ਵੀ ਇੱਕ ਕਿਸਮ ਦਾ ਸਤਸੰਗ ਹੀ ਹੈ, ਕਿਉਂਕਿ ਅਜਿਹੀ ਸੰਗਤ ਤੋਂ ਪਰਮੇਸ਼ਰ ਵਾਸਤੇ ਪਿਆਰ ਉਪਜਦਾ ਹੈ। ਖੈਰ, ਗੱਲਾਂ ਬਾਤਾਂ ਕਰਦਿਆਂ ਨੂੰ ਹੀ ਪ੍ਰਸ਼ਾਦੇ ਪਾਣੀ ਦੀ ਆਵਾਜ਼ ਆ ਗਈ ਅਤੇ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਰਾਤ ਦੇ 9 ਵੱਜ ਗਏ। ਦਾਵਤ ਤੇ ਹਾਜ਼ਰ ਸਭ ਗੁਰਸਿੱਖ ਅੰਮ੍ਰਿਤ ਵੇਲੇ ਉੱਠਣ ਵਾਲੇ ਸਨ। ਇਸ ਕਰਕੇ ਸਭ ਨੂੰ ਸਵੇਰ ਦਾ ਫਿਕਰ ਹੋਇਆ, ਸੋ ਸਭ ਗੁਰਸਿੱਖ ਆਪੋ ਆਪਣੇ ਘਰਾਂ ਨੂੰ ਜਾਣ ਲਈ ਤਿਆਰ ਹੋ ਗਏ। ਸਾਡੇ ਹਲੇ ਕੋਈ ਬੱਚਾ ਨਹੀਂ ਸੀ, ਜਿਸ ਕਰਕੇ ਅਸੀਂ ਬਾਕੀਆਂ ਨਾਲੋਂ ਪਹਿਲਾਂ ਹੀ ਬਾਹਰ ਆ ਗਏ ਅਤੇ ਘਰ ਜਾਣ ਲਈ ਆਪਣੀ ਕਾਰ ਵਿੱਚ ਆ ਬੈਠੇ। ਸਾਡੀ ਕਾਰ ਘਰ ਦੇ ਡਰਾਈਵੇ ਵਿੱਚ ਘਰ ਵੱਲ ਮੂੰਹ ਕਰਕੇ ਖੜੀ ਸੀ, ਜਿਸ ਕਾਰਨ ਮੈਨੂੰ ਕਾਰ ਬੈਕ ਕਰਨੀ ਪਈ। ਅਸੀਂ ਗੱਲਾਂ ਵਿੱਚ ਖੁੱਭੇ ਹੋਏ ਸੀ ਕਿ ਬੇਧਿਆਨੀ ਵਿੱਚ ਮੈਂ ਕਾਰ ਬੈਕ ਕਰਦੇ ਨੇ ਸੜਕ ਤੇ ਖੜੀ ਇੱਕ ਕਾਰ ਵਿੱਚ ਜਾ ਮਾਰੀ। ਸਾਡੀ ਕਾਰ ਦਾ ਪਿਛਲਾ ਬੰਪਰ ਸੜਕ ਤੇ ਖੜੀ ਕਾਰ ਦੇ ਅਗਲੇ ਫੈਂਡਰ ਤੇ ਵੱਜਾ। ਮੈਂ ਕਾਰ ਚੋਂ ਨਿਕਲੇ ਬਗੈਰ ਹੀ ਆਪਣੀ ਕਾਰ ਉਸ ਕਾਰ ਦੇ ਲਾਗੇ ਕਰਕੇ ਦੇਖਿਆ ਕਿ ਉਸ ਕਾਰ ਦੇ ਸੱਜੇ ਪਾਸੇ ਵਾਲੇ ਅਗਲੇ ਫੈਂਡਰ ਵਿੱਚ ਚਿੱਬ ਪਿਆ ਹੋਇਆ ਸੀ। ਉਦੋਂ ਅਸੀਂ ਮਾਲੀ ਤੌਰ ਤੇ ਕੁਝ ਕਮਜ਼ੋਰ ਸੀ, ਕਿਉਂਕਿ ਮੇਰੀ ਨੌਕਰੀ ਹਾਲੇ ਪਾਰਟ ਟਾਈਮ ਸੀ। ਦੂਜੀ ਸਮੱਸਿਆ ਕੈਨੇਡਾ ਵਿੱਚ ਇਹ ਹੈ ਕਿ ਜੇ ਕਿਤੇ ਐਕਸੀਡੈਂਟ ਕਾਰਨ ਇੰਸ਼ੋਰੈਂਸ ਦਾ ਕਲੇਮ ਹੋ ਜਾਵੇ ਤਾਂ ਇੰਸ਼ੋਰੈਂਸ ਦੁੱਗਣੀ ਹੋ ਜਾਂਦੀ ਹੈ। ਮੈਂ ਇੱਧਰ ਉੱਧਰ ਦੇਖਿਆ, ਪਰ ਮੈਨੂੰ ਲਾਗੇ ਚਾਗੇ ਕੋਈ ਨਾ ਦਿਸਿਆ। ਮੈਂ ਚੁੱਪ ਕਰਕੇ ਕਾਰ ਭਜਾ ਲਈ ਅਤੇ ਘਰ ਵੱਲ ਨੂੰ ਰਵਾਨਾ ਹੋ ਗਿਆ। ਉਦੋਂ ਭਾਵੇਂ ਅਸੀਂ ਦੋਵੇਂ ਹੀ ਚੁੱਪ ਸੀ, ਪਰ ਮੇਰੇ ਅੰਦਰ ਮਹਾਭਾਰਤ ਚੱਲ ਰਿਹਾ ਸੀ। ਮੇਰੀ ਜ਼ਮੀਰ ਮੈਨੂੰ ਕੋਸ ਰਹੀ ਸੀ। ਉਹ ਕਹਿ ਰਹੀ ਸੀ ਕਿ ਤੂੰ ਗੁਰੂ ਕਾ ਸਿੰਘ ਹੋ ਕੇ ਕਿਸੇ ਦਾ ਨੁਕਸਾਨ ਕਰਕੇ ਭੱਜ ਰਿਹਾ ਹੈ। ਇਹ ਗੱਲ ਠੀਕ ਨਹੀਂ। ਤੇਰੀ ਗਲਤੀ ਕਰਕੇ ਕਿਸੇ ਦਾ ਨੁਕਸਾਨ ਹੋਇਆ ਹੈ। ਤੇਰਾ ਫਰਜ਼ ਬਣਦਾ ਹੈ ਕਿ ਤੂੰ ਉਸ ਦਾ ਨੁਕਸਾਨ ਪੂਰਾ ਕਰੀਂ। ਮੇਰੇ ਅੰਦਰ ਬੈਠੀ ਬਦੀ ਕਹਿ ਰਹੀ ਸੀ ਕਿ ਤੂੰ ਕਿਹੜਾ ਜਾਣਬੁੱਝ ਕੇ ਨੁਕਸਾਨ ਕੀਤਾ ਹੈ। ਨਾਲੇ ਤੈਨੂੰ ਪਤਾ ਹੈ ਕਿ ਤੇਰੇ ਪਾਸ ਇਸ ਵਕਤ ਪੈਸੇ ਦੀ ਕਮੀ ਹੈ। ਤੂੰ ਕਿੱਥੋਂ ਇਹ ਨੁਕਸਾਨ ਪੂਰਾ ਕਰੇਂਗਾ? ਜੋ ਹੋਣਾ ਸੀ ਸੋ ਹੋ ਗਿਆ। ਕੋਈ ਨਾ, ਤੂੰ ਰੱਬ ਕੋਲੋਂ ਮਾਫੀ ਮੰਗ ਲਈ, ਉਹ ਸਭ ਬਖਸ਼ ਦਿੰਦਾ ਹੈ। ਅੰਦਰ ਬੈਠੀ ਨੇਕੀ ਨੇ ਬਦੀ ਦੀ ਗੱਲ ਸੁਣ ਕੇ ਮੈਨੂੰ ਸਮਝਾਇਆ ਕਿ ਸਿੰਘਾ, ਤੂੰ ਨੁਕਸਾਨ ਦੇ ਪੈਸੇ ਦੇਣ ਤੋਂ ਡਰ ਰਿਹਾ ਹੈ, ਪਰ ਕੀ ਤੂੰ ਇਹ ਨਹੀਂ ਜਾਣਦਾ ਕਿ ਤੇਰੇ ਭੱਜਣ ਨਾਲ ਤੂੰ ਨੁਕਸਾਨ ਭਰਨ ਤੋਂ ਨਹੀਂ ਬਚ ਸਕਦਾ? ਜੇ ਤੂੰ ਨਾ ਭੱਜਦਾ ਤਾਂ ਤੈਨੂੰ ਕੇਵਲ ਗੱਡੀ ਦਾ ਨੁਕਸਾਨ ਹੀ ਪੂਰਾ ਕਰਨਾ ਪੈਣਾ ਸੀ, ਪਰ ਹੁਣ ਤੈਨੂੰ ਨੁਕਸਾਨ ਦੇ ਨਾਲ-ਨਾਲ ਸਜ਼ਾ ਦੇ ਰੂਪ ਵਿੱਚ ਹੋਰ ਨੁਕਸਾਨ ਭਰਨਾ ਪਵੇਗਾ। ਤੈਨੂੰ ਸਮਝ ਨਹੀਂ ਆਉਂਦੀ ਕਿ ਇਹ ਸਭ ਉਸ ਕਰਤੇ ਪੁਰਖ ਦਾ ਖੇਲ ਹੈ। ਤੇਰਾ ਇਮਤਿਹਾਨ ਸੀ, ਪਰ ਤੂੰ ਫੇਲ ਹੋ ਗਿਆ। ਯਾਦ ਕਰ, ਤੂੰ ਹੁਣੇ ਹੀ ਦਾਵਤ ਵਿੱਚ ਬੈਠਾ ਕਿੰਨੀਆਂ ਵੱਡੀਆਂ ਗੁਰਮਤਿ ਦੀਆਂ ਗੱਲਾਂ ਕਰ ਰਿਹਾ ਸੀ। ਦੱਸ, ਤੇਰੀ ਗੁਰਮਤਿ ਤੈਨੂੰ ਇਹੋ ਸਿੱਖਿਆ ਦਿੰਦੀ ਹੈ ਕਿ ਆਮ ਮਨਮੁੱਖਾਂ ਵਾਂਗ ਕਿਸੇ ਦਾ ਨੁਕਸਾਨ ਕਰਕੇ ਚੋਰਾਂ ਵਾਂਗ ਭੱਜ ਜਾਵੇਂ? ਮੇਰੇ ਅੰਦਰ ਬਦੀ ਵੀ ਸੀ ਅਤੇ ਨੇਕੀ ਵੀ, ਪਰ ਨੇਕੀ ਬਦੀ ਨਾਲੋਂ ਬਲਵਾਨ ਸੀ।
ਇਸ ਤਰ੍ਹਾਂ ਦੀ ਕਸ਼ਮਕਸ਼ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੈਂ ਘਰ ਪਹੁੰਚ ਗਿਆ। ਮੈਂ ਘਰ ਦੇ ਡਰਾਈਵੇ ਵਿੱਚ ਗੱਡੀ ਲਾ ਦਿੱਤੀ, ਪਰ ਮੇਰਾ ਬਾਹਰ ਜਾਣ ਦਾ ਹੌਸਲਾ ਨਾ ਪਵੇ। ਮੈਂ ਬਾਹਰ ਨਿਕਲਣ ਲਈ ਕਾਰ ਦੀ ਬਾਰੀ ਖੋਲ੍ਹਾਂ, ਪਰ ਫੇਰ ਬੰਦ ਕਰ ਦੇਵਾਂ। ਅਖੀਰ ਮੇਰੇ ਅੰਦਰ ਬੈਠੀ ਗੁਰਮਤ ਦੀ ਨੇਕੀ ਦੀ ਜਿੱਤ ਹੋਈ। ਮੈਂ ਬਦੀ ਨੂੰ ਬਕਵਾਸ ਬੰਦ ਕਰਨ ਲਈ ਕਿਹਾ ਅਤੇ ਗੱਡੀ ਸਟਾਰਟ ਕਰਕੇ ਵਾਪਸ ਐਕਸੀਡੈਂਟ ਵਾਲੀ ਥਾਂ ਵੱਲ ਕੂਚ ਕਰ ਦਿੱਤਾ। ਜਦੋਂ ਮੈਂ ਤੁਰਿਆ ਤਾਂ ਬਦੀ ਨੇ ਕਈ ਦਾਅ ਪੇਚ ਖੇਲੇ, ਪਰ ਮੈਂ ਕੰਨਾਂ ਵਿੱਚ ਬੁੱਝੇ ਦੇ ਦਿੱਤੇ ਅਤੇ ਉਸ ਦੀ ਗੱਲ ਸੁਣਨੀ ਬੰਦ ਕਰ ਦਿੱਤੀ। ਫਿਰ ਮੈਂ ਅਕਾਲ ਪੁਰਖ ਪਾਸੋਂ ਆਪਣੇ ਕੀਤੇ ਦੀ ਮਾਫੀ ਮੰਗਣ ਲੱਗ ਪਿਆ ਅਤੇ ਬਾਰ-ਬਾਰ ਆਪਣੇ ਡੋਲਣ ਤੇ ਸ਼ਰਮਿੰਦਗੀ ਪ੍ਰਗਟ ਕੀਤੀ। ਮੈਂ ਪੱਕਾ ਦ੍ਰਿੜ ਨਿਸ਼ਚਾ ਕਰ ਲਿਆ ਕਿ ਭਾਵੇਂ ਮੇਰਾ ਜੋ ਮਰਜ਼ੀ ਨੁਕਸਾਨ ਹੋ ਜਾਵੇ, ਪਰ ਮੈਂ ਉਸ ਬੇਦੋਸ਼ੇ ਬੰਦੇ ਦਾ, ਜਿਸ ਦੀ ਕਾਰ ਮੈਂ ਭੰਨ ਕੇ ਆਇਆ ਹਾਂ, ਨੁਕਸਾਨ ਨਹੀਂ ਹੋਣ ਦੇਣਾ। ਉੱਥੇ ਪਹੁੰਚਣ ਲਈ 10 ਮਿੰਟ ਦਾ ਰਸਤਾ ਮੈਨੂੰ ਬਹੁਤ ਲੰਬਾ ਪ੍ਰਤੀਤ ਹੋਇਆ। ਖੈਰ, ਰੱਬ ਕਰਦਾ ਮੈਂ ਉਸ ਥਾਂ ਤੇ ਪਹੁੰਚਿਆ ਜਿੱਥੇ ਐਕਸੀਡੈਂਟ ਹੋਇਆ ਸੀ। ਮੈਂ ਹੈਰਾਨ ਰਹਿ ਗਿਆ ਕਿ ਉਹ ਕਾਰ ਉੱਥੇ ਨਹੀਂ ਸੀ। ਕਾਰ ਜਾ ਚੁੱਕੀ ਸੀ। ਮੈਂ ਬਹੁਤ ਪਰੇਸ਼ਾਨ ਹੋਇਆ। ਮੇਰਾ ਰੋਣਾ ਹੀ ਨਿਕਲ ਗਿਆ। ਮੈਨੂੰ ਲੱਗਿਆ ਕਿ ਮੇਰੇ ਗੁਰੂ ਨੇ ਮੇਰਾ ਪਰਚਾ ਪਾਇਆ ਸੀ ਅਤੇ ਮੈਂ ਬੁਰੀ ਤਰ੍ਹਾਂ ਫੇਲ ਹੋ ਗਿਆ ਹਾਂ। ਮੈਂ ਬਹੁਤ ਪਰੇਸ਼ਾਨ, ਪਸ਼ੇਮਾਨ ਅਤੇ ਸ਼ਰਮਿੰਦਾ ਹੋਇਆ ਕਿ ਮੈਂ ਇੰਨੀ ਛੋਟੀ ਜਿਹੀ ਗੱਲ ਪਿੱਛੇ ਆਪਣਾ ਧਰਮ, ਆਪਣਾ ਈਮਾਨ ਗਵਾ ਲਿਆ। ਮੈਂ ਕਾਰ ਵਿੱਚੋਂ ਬਾਹਰ ਨਿਕਲ ਆਇਆ ਅਤੇ ਮੈਂ ਇੱਧਰ-ਉੱਧਰ ਦੇਖਣ ਲੱਗ ਪਿਆ। ਫਿਰ ਮੇਰੇ ਮਨ ਵਿੱਚ ਸੁੱਝੀ ਕਿ ਮੈਂ ਲਾਗੇ-ਚਾਗੇ ਦੇ ਘਰਾਂ ਤੋਂ ਪਤਾ ਕਰਾਂ ਕਿ ਇਸ ਮਾਡਲ ਦੀ ਕਾਰ ਵਾਲਾ ਵਿਅਕਤੀ ਕਿਸ ਦੇ ਘਰ ਆਇਆ ਸੀ। ਮੈਂ ਲਾਗੇ ਦੇ ਕਈ ਦਰਵਾਜ਼ੇ ਖੜਕਾਏ। ਰਾਤ ਦੇ 10 ਵੱਜੇ ਹੋਏ ਸਨ। ਕੌਣ ਦਰਵਾਜ਼ਾ ਖੋਲ੍ਹੇ? 2-4 ਨੇ ਦਰਵਾਜ਼ਾ ਖੋਲ੍ਹਿਆ, ਪਰ ਉਹ ਉਸ ਕਾਰ ਵਾਲੇ ਬਾਰੇ ਕੁਝ ਨਾ ਦੱਸ ਸਕੇ। ਇੱਦਾਂ ਕਰਦਿਆਂ ਨੂੰ ਕਾਫੀ ਚਿਰ ਹੋ ਗਿਆ। ਮੈਂ ਕੋਸ਼ਿਸ਼ ਕੀਤੀ, ਪਰ ਉਸ ਕਾਰ ਦਾ ਜਾਂ ਉਸ ਕਾਰ ਵਾਲੇ ਦਾ ਕੁਝ ਥਹੁ ਪਤਾ ਨਾ ਮਿਲਿਆ। ਮੈਂ ਹਤਾਸ਼ ਹੋ ਕੇ ਘਰ ਵਾਪਸ ਆ ਗਿਆ। ਮੈਂ ਪਰਮੇਸ਼ਰ ਅੱਗੇ ਅਨੇਕ ਵਾਰ ਮਾਫੀ ਮੰਗੀ ਅਤੇ ਬੇਨਤੀ ਕੀਤੀ ਕਿ ਉਹ ਮੈਨੂੰ ਬਖਸ਼ ਦੇਣ, ਅਤੇ ਨਾਲ ਹੀ ਇਹ ਵੀ ਬੇਨਤੀ ਕੀਤੀ ਕਿ ਮੈਨੂੰ ਕੋਈ ਨਿਸ਼ਾਨੀ ਦੇਣ ਕਿ ਮੈਂ ਬਖਸ਼ਿਆ ਗਿਆ ਹਾਂ। ਗੁਰੂ ਸਾਹਿਬ ਜੀ ਦੇ ਦਰ ਤੇ ਮੇਰੀ ਅਰਦਾਸ ਸੁਣੀ ਗਈ। ਕੁਝ ਹੀ ਦਿਨ ਲੰਘੇ ਸਨ ਕਿ ਇੱਕ ਦਿਨ ਮੈਂ ਦੇਖਿਆ ਕਿ ਮੇਰੀ ਨਵੀਂ ਗੱਡੀ ਦੇ ਅਗਲੇ ਸੱਜੇ ਪਾਸੇ ਫੈਂਡਰ ਤੇ ਉਸੇ ਥਾਂ ਤੇ ਹੀ ਉਹ ਜਿਹਾ ਹੀ ਚਿੱਬ ਪਿਆ ਹੋਇਆ ਸੀ, ਜਿਹੋ ਜਿਹਾ ਮੈਂ ਉਸ ਨਿਰਦੋਸ਼ ਅਤੇ ਅਣਜਾਣ ਵਿਅਕਤੀ ਦੀ ਕਾਰ ਤੇ ਪਾਇਆ ਸੀ। ਆਪਣੀ ਨਵੀਂ ਗੱਡੀ ਦੇ ਅਗਲੇ ਫੈਂਡਰ ਤੇ ਵੱਡਾ ਸਾਰਾ ਚਿੱਬ ਪਿਆ ਦੇਖ ਕੇ ਮੈਨੂੰ ਕੋਈ ਦੁੱਖ ਨਹੀਂ ਹੋਇਆ, ਬਲਕਿ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਮੇਰਾ ਜੀ ਕਰੇ ਕਿ ਮੈਂ ਭੰਗੜਾ ਪਾਵਾਂ ਅਤੇ ਅਕਾਲ ਪੁਰਖ ਦਾ ਸ਼ੁਕਰ ਕਰਾਂ। ਮੈਂ ਤਨ ਕਰਕੇ ਤਾਂ ਅੰਮ੍ਰਿਤ ਛਕ ਕੇ ਕਦੇ ਭੰਗੜਾ ਨਹੀਂ ਪਾਇਆ, ਪਰ ਮੇਰੇ ਮਨ ਨੇ ਉਸ ਵਕਤ ਭੰਗੜਾ ਵੀ ਪਾਇਆ ਅਤੇ ਲੁੱਡੀ ਵੀ ਪਾਈ। ਮਨ ਨੂੰ ਬਹੁਤ ਖੁਸ਼ੀ ਹੋਈ ਅਤੇ ਇਹ ਖੁਸ਼ੀ ਕਈ ਕਾਰਨਾਂ ਕਰਕੇ ਹੋਈ। ਪਹਿਲਾ ਕਾਰਨ ਤਾਂ ਇਹ ਸੀ ਕਿ ਚਲੋ ਕਰਮਾਂ ਦਾ ਹਿਸਾਬ ਕਿਤਾਬ ਬਰਾਬਰ ਹੋ ਗਿਆ ਅਤੇ ਮੇਰੇ ਸਿਰ ਤੋਂ ਇਹ ਪਾਪ ਲੈ ਗਿਆ। ਦੂਜਾ ਕਾਰਨ, ਜੋ ਕਿ ਪਹਿਲੇ ਕਾਰਨ ਨਾਲੋਂ ਵੱਡਾ ਸੀ, ਉਹ ਇਹ ਸੀ ਕਿ ਦੋ ਜਹਾਨ ਦੇ ਮਾਲਕ ਅਕਾਲ ਪੁਰਖ ਨੇ ਮੇਰੀ ਕੀਟ ਦੀ ਆਵਾਜ਼ ਸੁਣੀ। ਉਸਨੇ ਮੇਰੀ ਪੁਕਾਰ ਸੁਣੀ ਅਤੇ ਸੁਣ ਕੇ ਐਸਾ ਇਨਸਾਫ ਕੀਤਾ ਕਿ ਮੈਨੂੰ ਉਸ ਦੀ ਹੋਂਦ ਤੇ, ਉਸ ਦੇ ਇਨਸਾਫ ਤੇ, ਉਸ ਦੀ ਨਿਕਟਤਾ ਤੇ, ਉਸ ਦੀ ਗਰੀਬ ਨਿਵਾਜ਼ੀ ਤੇ ਅਤੇ ਉਸ ਦੇ ਪ੍ਰਤੱਖ ਹੋ ਕੇ ਆਪਣਾ ਆਪ ਜਣਾਉਣ ਤੇ ਬੇਹਿਸਾਬ ਯਕੀਨ ਹੋ ਗਿਆ। ਜਦੋਂ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਅਤੇ ਉਹ ਤਤਕਾਲ ਹੀ ਸੁਣ ਲੈਂਦਾ ਹੈ, ਤਾਂ ਅਰਦਾਸ ਪੂਰੀ ਹੋਣ ਨਾਲੋਂ ਅਤੇ ਕਾਰਜ ਸਿੱਧ ਹੋ ਜਾਣ ਨਾਲੋਂ ਵੱਡੀ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਉਹ ਇੰਨਾ ਵੱਡਾ ਹੈ, ਪਰ ਫਿਰ ਵੀ ਉਸਨੇ ਸਾਡੀ ਫਰਿਆਦ ਸੁਣ ਲਈ। ਇਸ ਕਹਾਣੀ ਤੋਂ ਸੰਗਤਾਂ ਨੂੰ ਇਹ ਸੇਧ ਲੈਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਆਪਣੇ ਗੁਰਸਿੱਖਾਂ ਦੇ ਪਰਚੇ ਪਾਉਂਦੇ ਰਹਿੰਦੇ ਹਨ। ਜੋ ਗੁਰਸਿੱਖ ਧਰਮ ਦਾ ਪੱਲਾ ਨਹੀਂ ਛੱਡਦਾ, ਉਹੀ ਤਰੱਕੀ ਕਰਦਾ ਹੈ। ਜੋ ਗੁਰਸਿੱਖ ਧਰਮ ਦਾ ਪੱਲਾ ਛੱਡ ਦਿੰਦਾ ਹੈ, ਉਹ ਇਸ ਭਵ ਸਾਗਰ ਵਿੱਚ ਡੁੱਬ ਜਾਂਦਾ ਹੈ। ਦੂਸਰੀ ਗੱਲ ਇਹ ਹੈ ਕਿ ਅਕਾਲ ਪੁਰਖ ਦਾ ਕਰਮਾਂ ਦਾ ਸਿਸਟਮ ਐਸਾ ਹੈ ਕਿ ਅਸੀਂ ਕਦੇ ਵੀ ਮਾੜੇ ਕਰਮ ਕਰਕੇ ਬਚ ਨਹੀਂ ਸਕਦੇ।
ਅਵਸ਼ ਹੀ ਸਾਨੂੰ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ ਅਤੇ ਮਾੜੇ ਕਰਮਾਂ ਦੀ ਸਜ਼ਾ ਜ਼ਰੂਰ ਬਰ ਜ਼ਰੂਰ ਮਿਲਦੀ ਹੈ। ਇਸੇ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਹੈ ਕਿ ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਹਜ਼ੂਰ ਫਰਮਾਉਂਦੇ ਹਨ ਕਿ ਜਦ ਸਾਨੂੰ ਪਤਾ ਹੈ ਕਿ ਆਪਣਾ ਕੀਤਾ ਪਾਈਦਾ ਹੈ ਤਾਂ ਬੁਰੀ ਘਾਲ ਕਿਉਂ ਘਾਲੀ ਜਾਵੇ, ਕਿਉਂ ਮਾੜਾ ਕੰਮ ਕੀਤਾ ਜਾਵੇ। ਤਾਂ ਤੇ ਮੰਦਾ ਮੂਲੋਂ ਹੀ ਨਾ ਕਰੋ ਅਤੇ ਲੰਬੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ ਕਿ ਜੋ ਪਾਪ ਮੈਂ ਅੱਜ ਕਰ ਰਿਹਾ ਹਾਂ ਇਸ ਦਾ ਫਲ ਅੱਗੇ ਭੋਗਣਾ ਪੈਣਾ ਹੈ, ਸੋ ਮੰਦਾ ਕਦੇ ਨਾ ਕਰੀਏ। ਮਾੜੇ ਕਰਮਾਂ ਬਾਰੇ ਬਾਬਾ ਫਰੀਦ ਜੀ ਬਹੁਤ ਸੁੰਦਰ ਫਰਮਾਉਂਦੇ ਹਨ ਕਿ ਫਰੀਦਾ ਜਿੰਨੀ ਕਮੀ ਨਾਹੇ ਗੁਣ, ਤੇ ਕਮੜੇ ਵਿਸਾਰ। ਮਤ ਸ਼ਰਮਿੰਦਾ ਥੀ ਵਹੀ, ਸਾਈਂ ਦਾ ਦਰਬਾਰ। ਬਾਬਾ ਜੀ ਸਮਝਾਉਂਦੇ ਹਨ ਕਿ ਭਾਈ ਜਿਨ੍ਹਾਂ ਕੰਮਾਂ ਦੇ ਕਰਨ ਵਿੱਚ ਗੁਣ ਨਹੀਂ ਹਨ ਉਹ ਕਮੜੇ ਵਿਸਾਰ ਦੇ। ਸਾਈਂ ਦੇ ਦਰਬਾਰ ਵਿੱਚ ਜਾ ਕੇ ਸ਼ਰਮਿੰਦਾ ਨਾ ਹੋਵੀਂ। ਗੁਰਸਿੱਖਾਂ ਨੂੰ ਸਭ ਤੋਂ ਵੱਧ ਆਪਣੇ ਸਾਈਂ ਦੇ ਦਰਬਾਰ ਵਿੱਚ ਹੋਣ ਵਾਲੀ ਸ਼ਰਮਿੰਦਗੀ ਦਾ ਫਿਕਰ ਹੁੰਦਾ ਹੈ। ਇਸ ਕਰਕੇ ਉਹ ਸਦਾ ਮਾੜੇ ਕਰਮਾਂ ਤੋਂ ਬਚ ਕੇ ਰਹਿੰਦੇ ਹਨ। ਗੁਰੂ ਸਾਹਿਬ ਜੀ ਸਦਾ ਸਦਾ ਪਾਪਾਂ ਤੋਂ ਬਚਾ ਕੇ ਰੱਖਣ ਅਤੇ ਉੱਚਾ ਸੁੱਚਾ ਗੁਰਮੁਖਾਂ ਭਗਤਾਂ ਵਾਲਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।